कल असी नैगलीजेंस के एसेंशियल्स ਨੂੰ शुरू किया सी। तो अगर मान लो इफ़ यू आर द एडवोकेट फॉर द प्लेंटिफ जो कि डिफेंडेंट के खिलाफ सिविल सूट फाइल करना चाहता है टू टेक द कंपनसेशन ड्यू टू द नैगलीजेंस ऑन द पार्ट ऑफ द डिफेंडेंट, ਤੁਹਾਨੂੰ अपने केस में तीन चीज़ों को साबित करना पएगा। ਤੁਹਾਨੂੰ अपने केस में कितनी चीज़ों को साबित करना पऊगा? तीन चीज़ों को साबित करना पऊगा। मेरिया उंगलियां नज़र आन ਡੀਆਂ। सब तो पहले नंबर के उत्ते डिफेंडेंट की प्लेंटिफ के वाल लीगल ड्यूटी होनी चाहिए है टू टेक केयर। डिफेंडेंट ने उस ड्यूटी ਨੂੰ ਤੋੜਿਆ ਸੀ ਤੇ ਤੀਸਰੇ ਨੰਬਰ ਦੇ ਉੱਤੇ डिफेंडेंट ਦੇ ਦੁਆਰਾ ਉਸ ਡਿਊਟੀ ਨੂੰ ਤੋੜਨ ਦੇ ਕਰਕੇ प्लेंटिफ ਨੂੰ ਨੁਕਸਾਨ ਹੋਇਆ ਸੀ। मतलब प्लेंटिफ ने डैमेज सस्टेन किए सी। तो पहले दो पॉइंट्स ਨੂੰ ਅਸੀਂ ਆਲਰੇਡੀ पिछली वीडियो ਦੇ ਵਿੱਚ डिस्कस कर चुके हैं। ਅੱਜ ਅਸੀਂ ਗੱਲ ਕਰਾਂਗੇ डैमेजेस ਦੇ रिगार्डिंग ਦੀ। तो डैमेज ਦਾ मतलब ਕੀ ਹੈ? इट इज़ आल्सो necessary that ਕੀ ਲਿਖਿਆ ਹੈ ਇਹਦੇ ਵਿੱਚ? It is also necessary that the defendant's breach of duty डिफेंडेंट ਦੇ ਦੁਆਰਾ ਤੋੜੀ ਗਈ ਡਿਊਟੀ प्लेंटिफ ਨੂੰ डैमेज करती होनी चाहिए है, मस्ट कॉज डैमेज टू द प्लेंटिफ। मान लो इफ द प्लेंटिफ हैड द ड्यूटी टुवार्ड्स द डिफेंडेंट, उसने अपनी ड्यूटी ਨੂੰ ਤੋੜਿਆ भी पर प्लेंटिफ ਨੂੰ कोई नुकसान नहीं होया, डैमेज नहीं होया, ना ही ਉਹਦੇ ਪਰਸਨ ਨੂੰ कोई नुकसान होया, ना ही ਉਹਦੀ प्रॉपर्टी ਨੂੰ कोई नुकसान होया। ਜੇ कोई नुकसान ही नहीं होया ਤੇ ਉਹਨੂੰ कंपनसेशन ਕਿੱਦਾਂ ਮਿਲ ਜੂਗੀ? So it is very, very important. Due to the act of the defendant, plaintiff must sustain some damage, and plaintiff has to prove before the court. Plaintiff ਨੂੰ ਕੋਰਟ ਦੇ ਵਿੱਚ ਸਾਬਤ ਕਰਨਾ ਪਊਗਾ ਕਿ ਉਸ ਨੂੰ ਕੀ ਡੈਮੇਜ ਹੋਇਆ ਸੀ। ਠੀਕ ਹੈ ਜੀ। The plaintiff has also to show that damage thus caused is not a remote consequence of the defendant negligence. It is also very important कि जो प्लेंटिफ ने नैगलीजेंस की सी, सॉरी डिफेंडेंट ने जो नैगलीजेंस की सी, डिफेंडेंट की नैगलीजेंस के नाल उस डैमेज का सीधा रिलेशनशिप होना चाहिए वा। देयर मस्ट बी डायरैक्ट कनैक्शन ऑफ डैट नैगलीजेंस विद द डैमेज विच द प्लेंटिफ सस्टेन्ड। अगर मान लो डिफेंडेंट ने कोई नैगलीजेंस ਦੇ ਨਾਲ कोई काम किया ਜਾਂ ओमिशन की, ਉਹਦੇ ਨਾਲ ਉਹਨੂੰ ਕੋਈ डायरैक्ट प्लेंटिफ ਨੂੰ ਨੁਕਸਾਨ नहीं होया, बहुत दूर ਦਾ रिलेशनशिप सी जो प्लेंटिफ ਨੂੰ ਨੁਕਸਾਨ ਹੋਇਆ ਸੀ and with the negligence of the defendant, then whether the plaintiff will be entitled to get any damages? आंसर है अगर नहीं, ਉਹਨੂੰ ਕੋਈ damages नहीं ਮਿਲੂਗੇ। ਹੁਣ ਇਹਦੇ ਬਾਰੇ ਆਲਰੇਡੀ ਚੈਪਟਰ ਨੰਬਰ 5 ਦੇ ਵਿੱਚ ਇਹਦੇ ਵਿੱਚ ਬਹੁਤ ਡਿਸਕਸ਼ਨ ਕੀਤੀ, ਆਪਾਂ ਇੱਥੇ ਤੱਕ ਹੀ ਗੱਲ ਖਤਮ ਕਰਾਂਗੇ। ਅਗਲੀ ਇੱਕ ਹੁਣ ਮੈਂ ਅੱਜ ਇੱਥੇ ਤੱਕ ਖਤਮ ਹੋ ਗਿਆ, ਤਿੰਨ ਐਸੈਂਸ਼ੀਅਲਸ ਖਤਮ ਹੋ ਗਏ ਨੇ। ਹੁਣ ਮੈਂ ਦੋ ਟੌਪਿਕਸ ਦੇ ਬਾਰੇ ਅੱਜ ਤੁਹਾਡੇ ਨਾਲ ਡਿਸਕਸ ਕਰੂੰਗਾ। ਇੱਕ ਪ੍ਰੂਫ ਆਫ ਨੈਗਲੀਜੈਂਸ, ਠੀਕ ਹੈ। ਪ੍ਰੂਫ ਆਫ ਨੈਗਲੀਜੈਂਸ ਦੇ ਵਿੱਚ ਹੀ ਆਪਾਂ ਇੱਕ ਲੀਗਲ ਮੈਕਸਿਮ ਵੀ ਡਿਸਕਸ ਕਰਾਂਗੇ, ਰੈਸ ਇਪਸਾ ਲਿਕੁਇਟਰ। ਸਾਈਡ ਦੇ ਉੱਤੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ, ਰੈਸ ਇਪਸਾ ਲਿਕੁਇਟਰ ਦਾ ਮਤਲਬ ਹੁੰਦਾ ਹੈ ਥਿੰਗਸ ਸਪੀਕ ਫॉर ਇਟਸੈਲਫ। ਥਿੰਗਸ ਸਪੀਕਸ ਫॉर ਇਟਸੈਲਫ, ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ, ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਤੁਹਾਨੂੰ ਮੈਂ ਟਿਊਸ਼ਨ 'ਤੇ ਬੁਲਾਇਆ, ਟਿਊਸ਼ਨ ਦੇ ਉੱਤੇ ਤੁਸੀਂ ਦੋਨੇ ਕਮਰੇ ਦੇ ਵਿੱਚ ਬੈਠੇ, ਮੈਨੂੰ ਕੋਈ ਕੰਮ ਪੈ ਗਿਆ, ਮੈਂ ਆਪਣੇ ਕਮਰੇ ਤੋਂ ਬਾਹਰ ਗਿਆ। ਜਦੋਂ 15 ਮਿੰਟ ਬਾਅਦ ਮੈਂ ਕਮਰੇ ਦੇ ਵਿੱਚ ਆਇਆ ਤੇ ਮੈਂ ਤੁਹਾਡੀ ਦੋਨਾਂ ਦੀ ਲੜਾਈ ਦੀਆਂ ਆਵਾਜ਼ਾਂ ਸੁਣ ਰਿਹਾ ਸੀ। ਠੀਕ ਹੈ, ਮੈਂ ਤੁਹਾਡੇ ਦੋਨਾਂ ਦੀ ਲੜਾਈ ਦੀਆਂ ਆਵਾਜ਼ਾਂ ਸੁਣ ਰਿਹਾ ਸੀ ਤੇ ਜਦੋਂ ਮੈਂ ਕਮਰੇ ਦੇ ਵਿੱਚ ਐਂਟਰ ਕੀਤਾ, ਇੱਕ ਬੰਦੇ ਨੇ ਦੂਸਰੇ ਬੰਦੇ ਦੀ ਐਨਕ ਤੋੜੀ ਹੋਈ ਸੀ, ਦੂਜੇ ਬੰਦੇ ਨੇ ਪਹਿਲੇ ਬੰਦੇ ਦੀ ਹੱਥ ਦੀ ਪੱਟੀ ਖੋਲੀ ਹੋਈ ਸੀ, ਇੱਕ ਦੂਜੇ ਦੀਆਂ ਟੋਪੀਆਂ ਲੱਥੀਆਂ ਹੋਈਆਂ ਸੀ, ਮੂੰਹ ਦੋਨਾਂ ਦੇ ਲਾਲ ਹੋਏ ਪਏ ਸੀ ਤੇ ਕੱਪੜੇ ਕੁਪੜੇ ਇੱਕ ਦੂਜੇ ਦੇ ਪਾੜੇ ਪਏ ਸੀ।
ਹਾਂ ਮੇਰਾ ਕਮਰਾ ਬਚ ਗਿਆ, ਮੇਰੇ ਕਮਰੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇੱਕ ਗੱਲ ਦੱਸੋ, ਇਹਦਾ ਮਤਲਬ ਕੀ ਆ, ਕੀ ਹੋਇਆ ਹੋਊਗਾ ਆਪਸ ਦੇ ਵਿੱਚ? ਸਾਹਿਲ, ਗੁਰਮਿੰਦਰ। ਸੋ ਕੁੱਟਮਾਰ। ਕੁੱਟਮਾਰ। ਤਾਂ ਕੀ ਤੁਹਾਨੂੰ ਇੱਕ ਦੂਜੇ ਨੂੰ ਸਾਬਤ ਕੀ ਕੋਰਟ ਦੇ ਵਿੱਚ ਸਾਬਤ ਕਰਨਾ ਪੈਣਾ ਕਿ ਇਹ ਚੀਜ਼ ਕੀ ਹੋਈ? ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਪਈਆਂ ਕਿ ਕੁੱਟਮਾਰ ਹੋਈ ਸੀ। ਮਤਲਬ ਥਿੰਗਸ ਸਪੀਕਸ ਫॉर ਇਟਸੈਲਫ। ਚੀਜ਼ਾਂ ਕਈ ਵਾਰ ਆਪਣੇ ਆਪ ਹੀ ਆਪਣੇ ਬਾਰੇ ਸਭ ਕੁਝ ਬਿਆਨ ਕਰ ਜਾਂਦੀਆਂ ਨੇ। ਇਸ ਨੂੰ ਕਹਿੰਦੇ ਆ ਰੈਸ ਇਪਸਾ ਲਿਕੁਇਟਰ। ਇੱਕ ਜਨਰਲ ਰੂਲ ਕੀ ਹੈਗਾ ਵਾ, ਜਦੋਂ ਪਲੇਂਟਿਫ ਡਿਫੈਂਡੈਂਟ ਦੇ ਖਿਲਾਫ ਕੋਈ ਸਿਵਲ ਸੂਟ ਫਾਈਲ ਕਰਦਾ ਏ ਕਿ ਮੈਨੂੰ ਕੋਈ ਡੈਮੇਜ ਹੋਇਆ ਵਾ ਡਿਊ ਟੂ ਦੀ ਨੈਗਲੀਜੈਂਸ ਔਨ ਦਾ ਪਾਰਟ ਆਫ ਦਾ ਡਿਫੈਂਡੈਂਟ, ਪਲੇਂਟਿਫ ਨੂੰ ਡਿਫੈਂਡੈਂਟ ਦੀ ਨੈਗਲੀਜੈਂਸ ਕੋਰਟ ਦੇ ਵਿੱਚ ਸਾਬਤ ਕਰਨੀ ਪੈਂਦੀ ਹੈ। ਇਟ ਇਜ਼ ਦਾ ਡਿਊਟੀ ਫਸਟ ਆਫ ਆਲ ਔਨ ਦੀ ਪਲੇਂਟਿਫ। ਪਲੇਂਟਿਫ ਦੇ ਉੱਤੇ ਪਹਿਲੀ ਡਿਊਟੀ ਹੈਗੀ ਆ ਕਿ ਪਲੇਂਟਿਫ ਇਹ ਗੱਲ ਸਾਬਤ ਕਰੇ ਕਿ ਡਿਫੈਂਡੈਂਟ ਦੇ ਨੈਗਲੀਜੈਂਸ ਦੇ ਕਰਕੇ ਉਹਨੂੰ ਕੋਈ ਡੈਮੇਜ ਹੋਇਆ ਹੈ। ਮੰਨ ਲਓ ਇੱਕ ਵਾਰ ਪਲੇਂਟਿਫ ਨੇ ਆਪਣੀ ਡਿਊਟੀ ਨਿਭਾ ਦਿੱਤੀ, ਪਲੇਂਟਿਫ ਨੇ ਗੱਲ ਸਾਬਤ ਕਰ ਦਿੱਤੀ ਕੋਰਟ ਆਫ ਲਾਅ ਦੇ ਵਿੱਚ ਡੈਟ ਡਿਊ ਟੂ ਦੀ ਐਕਟ ਵਿਚ ਇਜ਼ ਕਾਲਡ ਨੈਗਲੀਜੈਂਟ ਐਕਟ ਆਫ ਦਾ ਡਿਫੈਂਡੈਂਟ ਮੈਨੂੰ ਕੋਈ ਨੁਕਸਾਨ ਹੋਇਆ ਏ। ਤੇ ਫਿਰ ਉਸ ਤੋਂ ਬਾਅਦ ਵਿੱਚ ਇਟ ਇਜ਼ ਅ ਡਿਊਟੀ ਆਫ ਦੀ ਡਿਫੈਂਡੈਂਟ ਉਸ ਚੀਜ਼ ਨੂੰ ਰਿਬਟ ਕਰੇ, ਉਸ ਚੀਜ਼ ਨੂੰ ਤੋੜੇ ਕਿ ਦੇਖੋ ਜੀ ਆਈ ਵਾਸ ਨਾਟ ਨੈਗਲੀਜੈਂਟ ਵਾਈਲ ਪਰਫਾਰਮਿੰਗ ਮਾਈ ਡਿਊਟੀ। ਉਹ ਆਪਣੀ ਐਵੀਡੈਂਸ ਦਊਗਾ ਕਿ ਮੈਂ ਕਦੀ ਨੈਗਲੀਜੈਂਟ ਨਹੀਂ ਸੀ ਹੈਗਾ ਵਾਈਲ ਪਰਫਾਰਮਿੰਗ ਮਾਈ ਡਿਊਟੀ। ਨਾ ਤਾਂ ਮੈਂ ਇਲੀਗਲ ਕੋਈ ਐਕਟ ਕੀਤਾ ਹੈ, ਨਾ ਤਾਂ ਕੋਈ ਇਲੀਗਲ ਓਮਿਸ਼ਨ ਕੀਤੀ ਹੈ, ਮੇਰੇ ਵੱਲੋਂ ਕੋਈ ਨੈਗਲੀਜੈਂਸ ਨਹੀਂ ਸੀ ਹੈਗੀ। तो पहले नंबर ਦੇ ਉੱਤੇ ਪਲੇਂਟਿਫ ਨੇ ਸਾਬਤ ਕਰਨਾ, ਫਿਰ ਉਸ ਤੋਂ ਬਾਅਦ ਵਿੱਚ ਡਿਫੈਂਡੈਂਟ ਨੇ ਸਾਬਤ ਕਰਨਾ। ਮੰਨ ਲਓ ਅਗਰ ਪਲੇਂਟਿਫ ਆਪਣੀ ਇਸ ਡਿਊਟੀ ਨੂੰ ਡਿਸਚਾਰਜ ਨਹੀਂ ਕਰਦਾ, ਮਤਲਬ ਸਾਬਤ ਨਹੀਂ ਕਰ ਪਾਉਂਦਾ ਕਿ ਉਸ ਐਕਸੀਡੈਂਟ ਦੇ ਵਿੱਚ ਡਿਫੈਂਡੈਂਟ ਦੀ ਗਲਤੀ ਹੈਗੀ ਸੀ, ਡਿਫੈਂਡੈਂਟ ਵਾਸ ਨੈਗਲੀਜੈਂਟ ਵਾਈਲ ਪਰਫਾਰਮਿੰਗ ਦਿਸ ਡਿਊਟੀ, then the suit of the plaintiff ਦਾ ਦਾਵਾ ਡਿਸਮਿਸ ਹੋਣ ਦੇ ਲਈ ਲਾਇਬਲ ਹੋ ਜਾਊਗਾ। ठीक है जी। तो प्लेंटिफ ਦਾ ਦਾਵਾ ਕੀ ਹੋ ਜਾਊਗਾ? ਡਿਸਮਿਸ ਹੋ ਜਾਊਗਾ ਅਗਰ ਉਹ ਡਿਫੈਂਡੈਂਟ ਦੀ ਨੈਗਲੀਜੈਂਸ ਨੂੰ ਸਾਬਤ ਨਹੀਂ ਕਰ ਪਾਉਂਦਾ। ਇਹ ਤਾਂ ਹੋ ਗਿਆ ਜਨਰਲ ਰੂਲ ਦੀ ਗੱਲ ਕਿ ਫਸਟ ਆਫ ਆਲ ਇਟ ਇਜ਼ ਅ ਡਿਊਟੀ ਆਫ ਦਾ ਪਲੇਂਟਿਫ ਟੂ ਸ਼ੋ ਔਰ ਪ੍ਰੂਫ ਬਿਫੋਰ ਦਾ ਕੋਰਟ that it was the negligent act of the defendant because of which I has sustained some injury। ਪਰ ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਮੈਕਸਿਮ ਆਏਗਾ ਵਾ ਰੈਸ ਇਪਸਾ ਲਿਕੁਇਟਰ। ਜਦੋਂ ਚੀਜ਼ਾਂ ਆਪਣੇ ਆਪ ਹੀ ਬੋਲਦੀਆਂ ਨੇ ਕਿ ਇਹਦੇ ਵਿੱਚ ਨੈਗਲੀਜੈਂਸ ਡਿਫੈਂਡੈਂਟ ਦੀ ਸ਼ੋ ਹੁੰਦੀ ਪਈ ਹੈ, ਤਾਂ ਫਿਰ ਕੀ ਪਲੇਂਟਿਫ ਨੂੰ ਗੱਲ ਸਾਬਤ ਕਰਨੀ ਪੈਣੀ ਹੈ? ਆਨਸਰ ਹੈਗਾ ਨੋ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਸਿਵਲ ਸਰਜਨ ਨੇ ਆਪਣੀਆਂ ਜੋ ਸੀਜ਼ਰਸ ਹੈਗੀਆਂ ਸੀ ਕਿਸੇ ਪੇਸ਼ੈਂਟ ਦੇ ਢਿੱਡ ਦੇ ਵਿੱਚ ਛੱਡ ਦਿੱਤੀਆਂ, ਠੀਕ ਹੈ, ਤੇ ਪਲੇਂਟਿਫ ਦੀ ਉਹਨਾਂ ਸੀਜ਼ਰਸ ਦੇ ਕਰਕੇ ਕੱਲ ਇਨ ਫਿਊਚਰ ਡੈਥ ਹੋ ਗਈ। ਜਦੋਂ ਪੋਸਟਮਾਰਟਮ ਹੋਇਆ ਪਲੇਂਟਿਫ ਦਾ ਤੇ ਇਹ ਗੱਲ ਨਜ਼ਰ ਆਈ ਕਿ ਉਹਦੀ ਬਾਡੀ ਦੇ ਵਿੱਚੋਂ ਸੀਜ਼ਰਸ ਨਿਕਲੀਆਂ ਸੀ, ਤੇ ਇਹ ਵੀ ਗੱਲ ਸਮਝ ਲੱਗੀ ਕਿ ਥੋੜੀ ਦੇਰ ਪਹਿਲਾਂ ਉਹਦਾ ਆਪਰੇਸ਼ਨ ਵੀ ਹੋਇਆ ਸੀ। ਇਸ ਕੇਸ ਦੇ ਵਿੱਚ ਚੀਜ਼ਾਂ ਆਪਣੀ ਆਪ ਬੋਲਦੀਆਂ ਪਈਆਂ ਨੇ ਕਿ ਜਿਹੜੇ ਡਾਕਟਰ ਨੇ ਉਸ ਪਲੇਂਟਿਫ ਦਾ ਇਲਾਜ ਕੀਤਾ ਸੀ ਹੀ ਵਾਸ ਨੈਗਲੀਜੈਂਟ ਵਾਈਲ ਪਰਫਾਰਮਿੰਗ ਹਿਜ਼ ਡਿਊਟੀ। ਉਹ ਆਪਣੀ ਡਿਊਟੀ ਨੂੰ ਨਿਭਾਉਣ ਦੇ ਟਾਈਮ ਦੇ ਉੱਤੇ ਨੈਗਲੀਜੈਂਟ ਹੈਗਾ ਸੀ, ਤੇ ਇਸ ਕਰਕੇ ਉਹ ਡਾਕਟਰ ਕੀ ਹੋਏਗਾ? ਲਾਇਬਲ ਹੋਏਗਾ। ਪਲੇਂਟਿਫ ਦੇ ਲੀਗਲ ਰਿਪਰੈਜ਼ੈਂਟੇਟਿਵ ਨੂੰ, ਉਸ ਮਰੇ ਹੋਏ ਵਿਅਕਤੀ ਦੇ ਲੀਗਲ ਰਿਪਰੈਜ਼ੈਂਟੇਟਿਵ ਨੂੰ ਕੋਰਟ ਦੇ ਵਿੱਚ ਡਾਕਟਰ ਦੀ ਨੈਗਲੀਜੈਂਸ ਨੂੰ ਸਾਬਤ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਚੀਜ਼ਾਂ ਆਪਣੇ ਆਪ ਬੋਲਦੀਆਂ ਪਈਆਂ ਨੇ। ਇਹ ਤਾਂ ਹੋਣਾ ਨਹੀਂ ਕਿ ਉਹ ਜਿਹੜੇ ਪਲੇਂਟਿਫ ਦੇ ਘਰਦਿਆਂ ਨੇ ਉਹਦੇ ਸਰੀਰ ਦੇ ਅੰਦਰ ਪਾ ਦਿੱਤਾ, ਜਾਂ ਪਲੇਂਟਿਫ ਕੋਈ ਕੈਂਚੀ ਖਾ ਗਿਆ। ਇਹ ਤਾਂ ਸਿਰਫ ਤੇ ਸਿਰਫ ਡਾਕਟਰ ਦੇ ਦੁਆਰਾ ਹੀ ਕੀਤਾ ਜਾ ਸਕਦਾ ਹੀ। ਥਿੰਗਸ ਸਪੀਕਸ ਫॉर ਇਟਸੈਲਫ ਦਾ ਉੱਥੇ ਮੈਕਸਿਮ ਅਪਲਾਈ ਹੋਏਗਾ। ਆਓ ਜੀ ਇੱਕ ਵਾਰ ਮੈਂ ਤੁਹਾਨੂੰ ਹੁਣ ਕਿਤਾਬ ਦੇ ਵਿੱਚ ਕੀ ਲਿਖਿਆ ਹੈ ਇੱਕ ਵਾਰ ਉਹ ਵੀ ਪੜ੍ਹਾ ਦਿੰਦਾ। ਐਸ ਅ ਜਨਰਲ ਰੂਲ, ਇੱਕ ਜਨਰਲ ਰੂਲ ਕੀ ਆ? ਇਟ ਇਜ਼ ਫॉर ਦ ਪਲੇਂਟਿਫ ਟੂ ਪ੍ਰੂਵ, ਇਹ ਪਲੇਂਟਿਫ ਨੇ ਸਾਬਤ ਕਰਨਾ ਹੁੰਦਾ ਏ ਡੈਟ ਦ ਡਿਫੈਂਡੈਂਟ ਵਾਸ ਨੈਗਲੀਜੈਂਟ, ਡਿਫੈਂਡੈਂਟ ਨੈਗਲੀਜੈਂਟ ਹੈਗਾ ਸੀ।
ਦ ਇਨੀਸ਼ੀਅਲ ਬਰਡਨ, ਪਹਿਲਾ ਬਰਡਨ ਕਿਹਦੇ ਉੱਤੇ ਹੈਗਾ ਵਾ? ਪ੍ਰੈਮਾ ਫਸਾਈ ਕੇਸ ਬਣਾਉਣ ਦਾ ਪਲੇਂਟਿਫ ਦੇ ਉੱਤੇ ਹੈ। The initial burden of making out at least a prima facie case of negligence against the defendant lies heavily on the plaintiff. But once this onus is discharged, पर एक बार plaintiff ने prima facie case defendant ਦੇ ਖਿਲਾਫ ਸਾਬਤ ਕਰ ਦਿੱਤਾ, ਫਿਰ defendant ਨੇ ਸਾਬਤ ਕਰਨਾ ਹੈ ਕਿ ਜੋ ਇਹ ਐਕਸੀਡੈਂਟ ਹੋਇਆ ਵਾ ਇਹ ਇਨਐਵਿਟੇਬਲ ਐਕਸੀਡੈਂਟ ਹੈ। ਇਨਐਵਿਟੇਬਲ ਐਕਸੀਡੈਂਟ ਦਾ ਮਤਲਬ ਹੈ ਕਿ ਜਿਹਦੇ ਵਿੱਚ ਨਾ ਪਲੇਂਟਿਫ ਦਾ ਕਸੂਰ ਆ ਨਾ ਡਿਫੈਂਡੈਂਟ ਦਾ ਕਸੂਰ ਆ, ਇਹ ਅਚਾਨਕ ਕੋਈ ਕੰਮ ਹੋ ਗਿਆ, ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ ਹੈਗਾ ਹੀ, ਤੇ ਜਾਂ ਕੰਟਰੀਬਿਊਟਰੀ ਨੈਗਲੀਜੈਂਸ ਹੈਗਾ। ਮਤਲਬ ਮੈਂ ਮੰਨਦਾ ਵਾਂ ਕਿ ਮੈਂ ਗਲਤ ਹੈਗਾ ਹੀ ਤੇ ਪਲੇਂਟਿਫ ਵੀ ਸਹੀ ਨਹੀਂ ਸੀ ਹੈਗਾ, ਪਲੇਂਟਿਫ ਦੀ ਵੀ ਗਲਤੀ ਆ ਤੇ ਮੇਰੀ ਵੀ ਗਲਤੀ ਹੈਗੀ ਹੈ, ਕੰਟਰੀਬਿਊਟਰੀ ਨੈਗਲੀਜੈਂਸ ਸੀ, ਪਲੇਂਟਿਫ ਵੀ ਤਾਂ ਗਲਤ ਹੈਗਾ ਹੀ। ਤਾਂ ਉਸ ਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਡਿਫੈਂਡੈਂਟ ਨੂੰ that this accident was the result of inevitable accident or contributory negligence on the part of the plaintiff. ਗੱਲ ਲੱਗੀ ਸਮਝ ਜੀ? If the plaintiff is not able to prove negligence on the part of the defendant, ਅਗਰ plaintiff defendant ਦੇ part ਦੇ ਵੱਲੋਂ negligence ਸਾਬਤ ਕਰਨ ਦੇ ਵਿੱਚ ਫੇਲ ਹੋ ਜਾਂਦਾ ਹੈ, then the defendant cannot be made liable, ਫਿਰ defendant ਨੂੰ liable ਨਹੀਂ ਕੀਤਾ ਜਾ ਸਕਦਾ। ਇੱਥੇ ਤੱਕ ਕਰ ਲਓ। ਉਸ ਤੋਂ ਬਾਅਦ ਇੱਕ ਪੈਰਾ ਛੱਡਣ ਤੋਂ ਬਾਅਦ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਆ ਕਿ ਹਮੇਸ਼ਾ ਡਿਫੈਂਡੈਂਟ ਦੀ ਜੋ ਨੈਗਲੀਜੈਂਸ ਆ ਉਹਦਾ ਡਾਇਰੈਕਟ ਐਵੀਡੈਂਸ ਅਵੇਲੇਬਲ ਸਾਡੇ ਕੋਲ ਹੋਵੇ, ਇਟ ਇਜ਼ ਨਾਟ ਨੈਸੈਸਰੀ। ਤਾਂ ਫਿਰ ਸਾਨੂੰ ਸਰਕਮਸਟੈਂਸਸ ਨੂੰ ਕੰਸੀਡਰ ਕਰਨਾ ਪੈਣਾ। ਫਿਰ ਸਾਨੂੰ ਕੀ ਕਰਨਾ ਪੈਣਾ? ਸਰਕਮਸਟੈਂਸਸ ਨੂੰ ਦੇਖ ਕੇ ਡਿਫੈਂਡੈਂਟ ਦੀ ਲਾਇਬਿਲਿਟੀ ਹੈਗੀ ਆ ਜਾਂ ਨਹੀਂ ਹੈਗੀ, ਉਹ ਜਾਂਚਣੀ ਪੈਂਦੀ ਹੈ। Direct evidence of the negligence, however, is not always necessary, and same may be inferred from the circumstances of the case. But when the plaintiff failed to establish a prima facie case, पर अगर plaintiff ने अपना prima facie case ही साबित नहीं किया, either by direct or circumstantial evidence, दो तरह के evidence होंगे कि direct evidence आपस ਦੀ video clipping दिखा दी, एक circumstantial evidence जो कि मैं तुहानू कह रहा ਤੁਹਾਡੇ ਉੱਤੇ example apply ਕੀਤੀ ਸੀ। अगर प्लेंटिफ ना तो ਸਰਕਮਸਟੈਂਸ਼ੀਅਲ एविडेंस ਨੂੰ ਸਾਬਤ ਕਰ ਪਾਉਂਦਾ ਹੈ, ਨਾ ਡਾਇਰੈਕਟ ਐਵੀਡੈਂਸ ਡਿਫੈਂਡੈਂਟ ਦੇ ਖਿਲਾਫ ਸਾਬਤ ਕਰ ਪਾਉਂਦਾ ਹੈ, then the suit of the plaintiff is liable to be dismissed. ठीक है जी, I want to repeat, but when the plaintiff fails to establish a prima facie case either by direct or circumstantial evidence that defendant was negligent, then the plaintiff's action must fail. ठीक है जी, so this is something about this para। ਹੁਣ ਉਸ ਤੋਂ ਬਾਅਦ ਵਿੱਚ ਆਪਾਂ ਇਸ ਮੈਕਸਿਮ ਦੇ ਵੱਲ ਵਧਣ ਲੱਗੇ ਹਾਂ। ਦੋ ਐਸ ਅ ਜਨਰਲ ਰੂਲ ਪਾਵਾਂ। ਜਨਰਲ ਰੂਲ ਕੀ ਹੈਗਾ ਵਾ? ਦੋ ਐਸ ਅ ਜਨਰਲ ਰੂਲ plaintiff has to discharge the burden of proving negligence on the part of the defendant। ਚਾਹੇ ਇੱਕ ਜਨਰਲ ਰੂਲ ਤਾਂ ਇਹ ਹੈਗਾ ਵਾ ਕਿ plaintiff ਨੂੰ ਆਪਣੀ ਬਰਡਨ ਡਿਸਚਾਰਜ ਕਰਨੀ ਪੈਣੀ ਆ, ਡਿਫੈਂਡੈਂਟ ਦੀ ਨੈਗਲੀਜੈਂਸ ਕੋਰਟ ਦੇ ਵਿੱਚ ਸਾਬਤ ਕਰਨੀ ਪੈਣੀ ਆ। ਪਰ ਕਈ ਵਾਰ ਇਦਾਂ ਦੇ ਸਰਟਨ ਕੇਸਿਸ ਵੀ ਹੁੰਦੇ ਆ ਕਿ ਜਿਹਦੇ ਵਿੱਚ ਪਲੇਂਟਿਫ ਨੂੰ ਡਿਫੈਂਡੈਂਟ ਦੀ ਨੈਗਲੀਜੈਂਸ ਸ਼ੋ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਚੀਜ਼ਾਂ ਆਪਣੇ ਆਪ ਬੋਲਦੀਆਂ ਪਈਆਂ ਨੇ। There are, however, certain cases when the plaintiff need not prove that an inference of negligence is drawn from the facts। Facts से ही पता लगता है कि defendant ਦੀ ਗਲਤੀ ਹੈਗੀ ਸੀ। There is a presumption of negligence accordingly to the maxim res ipsa loquitur, ਜਿਹਦਾ ਮਤਲਬ ਆ the things speaks for itself, ਕਿ ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ। When the accident explains only one thing, ਅਗਰ ਐਕਸੀਡੈਂਟ ਇੱਕ ਹੀ ਚੀਜ਼ ਸ਼ੋ ਕਰਦਾ ਪਿਆ ਵਾ ਤੇ ਉਹ ਚੀਜ਼ ਸ਼ੋ ਕੀ ਕਰਦਾ ਪਿਆ ਕਿ ਡਿਫੈਂਡੈਂਟ ਦੀ ਗਲਤੀ ਹੈਗੀ ਹੈ। When the accident explains only one thing and that is the accident could not ordinarily occur, accident ordinarily occur ਨਹੀਂ ਸੀ ਹੋਣਾ ਜਿੰਨੀ ਦੇਰ ਤੱਕ unless the defendant had been negligent, ਫਿਰ ਲਾਅ ਉਸ ਟਾਈਮ ਦੇ ਉੱਤੇ ਇੱਕ ਪ੍ਰਜ਼ੰਪਸ਼ਨ ਰੇਜ਼ ਕਰੂਗਾ ਅਗੇਂਸਟ ਦਾ ਡਿਫੈਂਡੈਂਟ। ਡਿਫੈਂਡੈਂਟ ਦੇ ਖਿਲਾਫ ਲਾਅ ਆਪਣੀ ਇੱਕ ਪ੍ਰਜ਼ੰਪਸ਼ਨ ਕ੍ਰੀਏਟ ਕਰੂਗਾ ਕਿ ਇਹ ਡਿਫੈਂਡੈਂਟ ਦੀ ਗਲਤੀ ਹੈਗੀ ਸੀ। ਉਸ ਕੇਸ ਦੇ ਵਿੱਚ ਇਨ ਸੱਚ ਅ ਕੇਸ ਇਟ ਇਜ਼ ਸਫੀਸ਼ੀਐਂਟ ਫॉर द plaintiff to prove accident। plaintiff ਦੀ ਇੱਕ ਕੰਮ ਹੁੰਦਾ ਵਾ ਕਿ plaintiff ਨੇ ਐਕਸੀਡੈਂਟ ਨੂੰ ਸਾਬਤ ਕਰਨਾ ਹੈ। plaintiff ਨੇ ਐਕਸੀਡੈਂਟ ਸਾਬਤ ਕਰ ਦਿੱਤਾ ਤੇ plaintiff ਨੂੰ ਐਕਸੀਡੈਂਟ ਸਾਬਤ ਕਰਨ ਤੋਂ ਬਾਅਦ ਕੋਈ ਹੋਰ ਚੀਜ਼ ਸਾਬਤ ਕਰਨ ਦੀ ਲੋੜ ਨਹੀਂ ਹੈਗੀ। ਉਹਨੂੰ ਇਹ ਗੱਲ ਸਾਬਤ ਕਰਨ ਦੀ ਲੋੜ ਨਹੀਂ ਹੈਗੀ
ਕਿ ਡਿਫੈਂਡੈਂਟ ਦੀ ਕੋਈ ਗਲਤੀ ਸੀ ਜਾਂ ਨਹੀਂ ਸੀ ਹੈਗੀ, ਵੈਦਰ ਦਾ ਡਿਫੈਂਡੈਂਟ ਵਾਸ ਨੈਗਲੀਜੈਂਟ ਔਰ ਨਾਟ। ਕੋਰਟ ਆਪਣੇ ਆਪ ਹੀ ਪ੍ਰਜ਼ਿਊਮ ਕਰ ਲੂਗੀ ਕਿ ਨੈਗਲੀਜੈਂਸ ਕੰਡਕਟ ਕਿਹਦਾ ਹੈਗਾ ਸੀ, ਡਿਫੈਂਡੈਂਟ ਦਾ ਹੈਗਾ ਸੀ, ਕਿਉਂਕਿ ਇਹ ਐਕਸੀਡੈਂਟ ਬਿਨਾਂ ਡਿਫੈਂਡੈਂਟ ਦੀ ਨੈਗਲੀਜੈਂਸ ਹੋ ਹੀ ਨਹੀਂ ਸੀ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਨੈਗਲੀਜੈਂਟ ਕੰਡਕਟ ਨੂੰ ਡਿਫੈਂਡੈਂਟ ਰਿਵਰਟ ਨਹੀਂ ਕਰ ਸਕਦਾ। ਦ ਡਿਫੈਂਡੈਂਟ ਕੈਨ ਹਾਊਐਵਰ ਅਵੋਇਡ ਹਿਸ ਲਾਇਬਿਲਿਟੀ, ਡਿਫੈਂਡੈਂਟ ਆਪਣੀ ਲਾਇਬਿਲਿਟੀ ਨੂੰ ਅਵੋਇਡ ਕਰ ਸਕਦਾ ਵਾ ਬਾਈ ਡਿਸਪਰੂਵਿੰਗ ਨੈਗਲੀਜੈਂਸ ਔਨ ਹਿਸ ਪਾਰਟ। ਉਹਦੇ ਪਾਰਟ ਦੇ ਵੱਲ ਉਹ ਇਹ ਕਹਿ ਸਕਦਾ ਕਿ ਮੈਨੂੰ ਮੈਂ ਕੋਈ ਨੈਗਲੀਜੈਂਟ ਐਕਟ ਨਹੀਂ ਕੀਤਾ, ਜੋ ਮੇਰੇ ਵੱਲੋਂ ਕੰਮ ਕੀਤਾ ਗਿਆ ਸੀ ਬਿਲਕੁਲ ਸਹੀ ਕੰਮ ਕੀਤਾ ਗਿਆ ਸੀ, ਮੇਰੀ ਕੋਈ ਗਲਤੀ ਨਹੀਂ ਹੈਗੀ। ਰੈਸ ਐਪਸਾ ਲਿਕੁਏਟਰ ਦੇ ਮੈਕਸਿਮ ਨੂੰ ਅਪਲਾਈ ਕਰਨ ਦੇ ਲਈ ਹੋਰ ਕਿਹੜੀਆਂ ਗੱਲਾਂ ਦਾ ਸਾਬਤ ਕਰਨਾ ਜ਼ਰੂਰੀ ਆ, ਆਪਾਂ ਹੁਣ ਇਹਦੇ ਬਾਰੇ ਪੜਾਂਗੇ। ਫॉर the maxim res ipsa liquator to apply, it is also necessary that event causing the accident must have been in the control of the defendant. It is very important. res ipsa liquator ਦੇ ਪ੍ਰਿੰਸੀਪਲ ਨੂੰ ਅਪਲਾਈ ਹੋਣ ਦੇ ਲਈ ਇੱਕ ਗੱਲ ਬੜੀ ਇੰਪੋਰਟੈਂਟ ਹੈ, ਇਹ ਗੱਲ ਸਾਬਤ ਕਰਨ ਦੀ ਲੋੜ ਆ ਕਿ ਜੋ ਸਾਰਾ ਦਾ ਸਾਰਾ ਕੰਮ ਕੀਤਾ ਗਿਆ ਸੀ, it was under the control and management of the defendant. Thus, when the circumstances surrounding the thing which causes the damage are at the material time exclusively under the control or management of the defendant or his servant, and the happening is such as does not occur in the ordinary course of things without negligence on the part of the defendant, maxim applies. ਕਹਿਣ ਦਾ ਮਤਲਬ ਇਹ ਹੈਗਾ ਏ ਕਿ ਅਗਰ ਇੱਕ ਗੱਲ ਸਾਬਤ ਹੋ ਜਾਂਦੀ ਆ ਕਿ ਜਦੋਂ ਇੱਕ ਮਿਸਹੈਪਨਿੰਗ ਹੋਈ, ਮਿਸਹੈਪਨਿੰਗ ਹੋਣ ਦੇ ਟਾਈਮ ਦੇ ਉੱਤੇ ਸਾਰੀ ਕੰਟਰੋਲ ਤੇ ਮੈਨੇਜਮੈਂਟ ਕਿਹਦੀ ਹੈਗੀ ਸੀ, ਡਿਫੈਂਡੈਂਟ ਦੀ ਹੈਗੀ ਸੀ। ਤੇ ਇਹ ਕੰਮ ਨਹੀਂ ਕਦੀ ਹੋਦਾ ਹੀ ਅਗਰ ਕਦੀ ਡਿਫੈਂਡੈਂਟ ਨੈਗਲੀਜੈਂਟ ਨਾ ਹੁੰਦਾ, ਤਾਂ ਫਿਰ ਉੱਥੇ ਜੋ ਪ੍ਰਿੰਸੀਪਲ ਆਫ ਰੈਸ ਇਪਸਾ ਲਿਕੁਏਟਰ ਅਪਲਾਈ ਹੋਏਗਾ। ਠੀਕ ਹੈ ਜੀ। ਤੇ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਸ਼ਿਫਟ ਹੋਏਗੀ, ਪਲੇਂਟਿਵ ਤੋਂ ਇਹ ਬਰਡਨ ਸ਼ਿਫਟ ਹੋ ਕੇ ਕਿਹਦੇ ਵੱਲ ਚਲ ਜਾਏਗੀ, ਡਿਫੈਂਡੈਂਟ ਦੇ ਉੱਤੇ ਇਹ ਬਰਡਨ ਆਫ ਪ੍ਰੂਫ ਸਭ ਮਤਲਬ ਕਿ ਸ਼ਿਫਟ ਹੋ ਜਾਏਗੀ। ਐਂਡ ਦੀ ਬਰਡਨ ਆਫ ਪ੍ਰੂਫ ਇਜ਼ ਸ਼ਿਫਟਡ ਫਰਮ ਦ ਪਲੇਂਟਿਵ ਟੂ ਦ ਡਿਫੈਂਡੈਂਟ। ਇੱਥੇ ਹੁਣ ਪਲੇਂਟਿਵ ਨੂੰ ਸਾਬਤ ਨਹੀਂ ਕਰਨਾ ਪਊਗਾ ਕਿ ਡਿਫੈਂਡੈਂਟ ਆਪਣੇ ਕੰਮ ਦੇ ਵਿੱਚ ਨੈਗਲੀਜੈਂਟ ਹੈਗਾ ਸੀ। ਇਟ ਵਿਲ ਬੀ ਦ ਡਿਊਟੀ ਆਫ ਦ ਡਿਫੈਂਡੈਂਟ ਟੂ ਸ਼ੋ ਕਿ ਮੈਂ ਨੈਗਲੀਜੈਂਟ ਨਹੀਂ ਸੀ ਹੈਗਾ। Instead of the plaintiff proving negligence, the defendant is required to disapprove it. ਹੁਣ ਇੱਥੇ ਤੱਕ ਟਿਕ ਮਾਰਕ ਕਰਨ ਤੋਂ ਬਾਅਦ ਅਗਲੇ ਪੈਰੇ ਦੇ ਉੱਤੇ ਆ ਜਾਓ। ਹੁਣ ਅਗਲਾ ਕੁਐਸਚਨ ਤੁਹਾਡੇ ਸਾਹਮਣੇ ਇੱਕ ਰਾਈਜ਼ ਹੋਊਗਾ ਕਿ ਸਰ ਇੱਕ ਗੱਲ ਦੱਸੋ ਕਿ ਜੋ ਰੈਸ ਇਪਸਾ ਲਿਕੁਏਟਰ ਆ, ਕਿ ਇਹ ਕਿਸੇ ਪਾਰਟਿਕੂਲਰ ਸੈਕਸ਼ਨ ਦੇ ਵਿੱਚ ਇਹ ਰੂਲ ਆਫ ਲਾਅ ਹੈਗਾ ਵਾ? ਤੇ ਆਨਸਰ ਇਹਦਾ ਬੜਾ ਕਲੀਅਰ ਹੈਗਾ ਏ, ਇਟ ਇਜ਼ ਨਾਟ ਏ ਰੂਲ ਆਫ ਲਾਅ। ਹੁਣ ਜੇ ਰੂਲ ਆਫ ਲਾਅ ਨਹੀਂ ਹੈਗਾ ਤੇ ਫਿਰ ਆਪਾਂ ਪੜ੍ਹ ਦੇਖੇ ਪਿਆ, ਇਟ ਇਜ਼ ਅ ਰੂਲ ਆਫ ਐਵੀਡੈਂਸ। ਇਹ ਐਵੀਡੈਂਸ ਦਾ ਰੂਲ ਹੈਗਾ ਏ ਕਿ ਜਦੋਂ ਤੁਹਾਨੂੰ ਕਈ ਵਾਰ ਕੋਈ ਡਾਇਰੈਕਟ ਐਵੀਡੈਂਸ ਅਵੇਲੇਬਲ ਨਹੀਂ ਹੁੰਦਾ, ਪਰ ਚੀਜ਼ਾਂ ਆਪਣੇ ਆਪ ਸਰਕਮਸਟੈਂਸ਼ੀਅਲ ਐਵੀਡੈਂਸ ਤੁਹਾਡੇ ਖਿਲਾਫ ਬੋਲਦੇ ਪਏ ਆ, ਦੈਨ ਉੱਥੇ ਰੈਸ ਇਪਸਾ ਲਿਕੁਏਟਰ ਦਾ ਪ੍ਰਿੰਸੀਪਲ ਅਪਲਾਈ ਹੋਏਗਾ ਤੇ ਪਲੇਂਟਿਫ ਨੂੰ ਜਾਂ ਪ੍ਰੋਸੀਕਿਊਸ਼ਨ ਨੂੰ ਐਕਿਊਜ਼ਡ ਦੀ ਜਾਂ ਡਿਫੈਂਡੈਂਟ ਦੀ ਲਾਇਬਿਲਿਟੀ ਨੂੰ ਸਾਬਤ ਕਰਨ ਦੀ ਲੋੜ ਨਹੀਂ ਪੈਂਦੀ। The maxim is not a rule of law. ये जो res ipsa liquator ਦਾ ਜੋ maxim ਹੈਗਾ ਵਾ, it is not a rule of law. Rather, it is a rule of evidence. ਇੱਕ rule of evidence ਆ ਜੋ ਕਿ plaintiff ਨੂੰ ਮਦਦ ਕਰਦਾ ਏ, ਕਿਉਂਕਿ ਉਹਨੂੰ negligence on the part of the defendant ਸਾਬਤ ਕਰਨ ਦੀ ਲੋੜ ਨਹੀਂ ਹੁੰਦੀ, ਉਹਦਾ ਕੇਸ ਸੌਖਾ ਹੋ ਜਾਂਦਾ। It is a rule of evidence benefiting the plaintiff by not requiring him to prove negligence. ਇੰਨੀ ਗੱਲ ਕਰ ਲਓ, ਇੱਥੇ ਤੱਕ ਕਰ ਲਓ। ਉਸ ਤੋਂ ਬਾਅਦ ਇੱਕ ਜਜਮੈਂਟ ਮੈਂ ਤੁਹਾਨੂੰ ਪੜਾਉਂਗਾ, ਕੋਲੈਪਸ ਆਫ ਬਿਲਡ ਸਟਰਕਚਰ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ ਵਰਸਸ ਸੁਭਾਗਵੰਤੀ। ਇਹ ਤਾਂ ਬੜੀ ਯਾਰ ਆਪਾਂ ਜਜਮੈਂਟ ਪੜ੍ਹ ਲਈ ਆ, ਹੁਣ ਤਾਂ ਤੁਹਾਨੂੰ ਯਾਦ ਹੋ ਜਾਣੀ ਚਾਹੀਦੀ ਹੈ, ਫਿਰ ਵੀ ਮੈਂ ਇੱਕ ਵਾਰ ਪੜਾਉਂਗਾ। तो इट इज़ अ जजमेंट गिवन बाय सुप्रीम कोर्ट ऑफ इंडिया इन द ईयर 1966। 1966 ਦੇ ਵਿੱਚ ਇਹ ਜਜਮੈਂਟ ਦਿੱਤੀ ਗਈ ਸੀ। AIR 1966 ਦੇ ਵਿੱਚ ਇਹ ਦਰਜ ਹੈਗੀ ਆ, ਸੁਪਰੀਮ ਕੋਰਟ 1750 ਪੇਜ ਨੰਬਰ ਦੇ ਉੱਤੇ। तो ਇਹਦੇ ਵਿੱਚ ਕੀ ਦੱਸਿਆ, ਡਿਊ ਟੂ ਦੀ ਕੋਲੈਪਸ ਆਫ ਦੀ ਕਲੌਕ ਟਾਵਰ, ਮਤਲਬ ਇੱਕ ਕਲੌਕ ਟਾਵਰ ਹੈਗਾ ਸੀ, ਉਹ ਥੱਲੇ ਡਿੱਗ ਗਿਆ, ਜੋ ਕਿ ਟਾਊਨ ਹਾਲ ਮੇਨ ਬਾਜ਼ਾਰ ਚਾਂਦਨੀ ਚੌਂਕ ਦੇ ਵਿੱਚ ਹੈਗਾ ਸੀ, ਤੇ ਉਹਦੇ ਡਿੱਗਣ ਦੇ ਨਾਲ ਕਾਫੀ ਲੋਕਾਂ ਦੀ ਡੈਥ ਹੋ ਗਈ। ਕਲੌਕ ਟਾਵਰ ਬਿਲੋਂਗ ਟੂ ਦੀ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ। ਇਹ ਜੋ ਕਲੌਕ ਟਾਵਰ ਹੈਗਾ ਸੀ, ਇਹ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦਾ
ਕਲੌਕ ਟਾਵਰ ਸੀ ਤੇ ਇਹਦੇ ਉੱਤੇ ਜੋ ਕੰਟਰੋਲ ਐਂਡ ਮੈਨੇਜਮੈਂਟ ਕਿਹਦੀ ਹੈਗੀ ਸੀ, ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀ ਸੀ। ਇਹ 80 ਸਾਲ ਪੁਰਾਣਾ ਕਲੌਕ ਹੈਗਾ ਸੀ, ਪਰ ਜੋ ਇਹਦੀ ਨਾਰਮਲ ਲਾਈਫ ਸਟਰਕਚਰ ਦੀ ਹੈਗੀ ਸੀ ਉਹ ਸਿਰਫ 40 ਤੋਂ 45 ਸਾਲ ਦੀ ਹੈਗੀ ਸੀ। ਹੁਣ ਇੱਥੇ ਇਹਨਾਂ ਸਰਕਮਸਟੈਂਸਿਸ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ, ਹੈਲਡ, ਕਿ ਜੋ ਦੇਖੋ ਕਲੌਕ ਟਾਵਰ ਡਿੱਗੀ ਆ, ਕਲੌਕ ਟਾਵਰ ਦੇ ਡਿੱਗਣ ਦਾ ਕਾਰਨ ਕੀ ਹੈਗਾ ਵਾ, ਇਟ ਇਜ਼ ਦੀ ਰੀਜ਼ਨ ਆਫ ਦੀ ਨੈਗਲੀਜੈਂਟ ਐਕਟ ਔਨ ਦਾ ਪਾਰਟ ਆਫ ਦੀ ਡਿਫੈਂਡੈਂਟ। ਡਿਫੈਂਡੈਂਟ ਦੀ ਗਲਤੀ ਹੈਗੀ ਹੈ ਕਿ ਇਹਦੀ ਰਿਪੇਅਰਿੰਗ ਨਹੀਂ ਕਦੀ ਕਰਵਾਈ ਜਾਂ ਕਲੌਕ ਟਾਵਰ ਕਦੀ ਬਦਲਾ ਦਿੰਦੇ। तो इस गल करके ਹੁਣ since the defendant could not prove absence of negligence on their part, ਹੁਣ ਇੱਥੇ ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਪਈਆਂ। ਲੈਸ ਇਪਸਾ, ਇੱਥੇ ਰੈਸ ਇਪਸਾ ਲਿਕੁਇਟਰ ਦਾ ਪ੍ਰਿੰਸੀਪਲ ਅਪਲਾਈ ਹੋਇਆ ਸੀ। plaintiff need not to prove that it was the negligent act of the defendant, ਚੀਜ਼ਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ it was the negligent act of the defendant। ਤੋ ਇਹਦੇ ਵਿੱਚ ਫਿਰ ਮਿਊਨਿਸਪਲ ਕਾਰਪੋਰੇਸ਼ਨ ਆਫ ਦਿੱਲੀ ਦੇ ਉੱਤੇ ਕੰਪਨਸੇਟਰੀ ਆਰਡਰ ਪੈ ਗਿਆ ਸੀ, ਉਹਨਾਂ ਨੂੰ ਕੰਪਨਸੇਸ਼ਨ ਦੇਣੀ ਪਈ ਸੀ। ਸੋ ਦਿਸ ਵਾਸ ਸਮਥਿੰਗ ਅਬਾਊਟ ਕੋਲੈਪਸ ਆਫ ਬਿਲਟ ਸਟਰਕਚਰ। ਉਸ ਤੋਂ ਬਾਅਦ ਵਿੱਚ ਇੱਕ ਦੋ ਪੇਜ ਛੱਡਣ ਤੋਂ ਬਾਅਦ ਵਿੱਚ ਫੋਰਨ ਮੈਟਰਸ ਲੈਫਟ ਇਨਸਾਈਡ ਆਫਟਰ ਸਰਜਰੀ, ਤੇ ਇਹ ਸ਼ਾਇਦ ਨਿਹਾਲ ਕੌਰ ਵਰਸੀ ਡਾਇਰੈਕਟਰ ਪੀਜੀ ਚੰਡੀਗੜ੍ਹ ਦੀ ਜਜਮੈਂਟ ਆ। ਜੇ ਤੁਹਾਨੂੰ ਦੇਖ ਕੀ ਹੋਵੇ ਤਾਂ ਬਹੁਤ ਵਧੀਆ ਵਾ, ਨਹੀਂ ਤਾਂ ਮੈਨੂੰ ਲੱਭ ਕੇ ਦੇਣੀ ਪੈਣੀ ਹੈ। 1 2 3 4 5 6 7 8 9 ਪੈਰੇ ਛੱਡ ਕੇ, ਨਿਹਾਲ ਕੌਰ ਵਰਸੀ ਡਾਇਰੈਕਟਰ ਪੀਜੀਆਈ ਚੰਡੀਗੜ੍ਹ। ਲੱਭ ਗਈ ਜੀ? ਨਿਹਾਲ ਕੌਰ ਵਰਸੀ ਡਾਇਰੈਕਟਰ ਪੀਜੀਆਈ ਚੰਡੀਗੜ੍ਹ, ਗੁਰਵਿੰਦਰ ਸਾਹਿਲ। ਮਿਲ ਗਈ ਸਰ। ਬਹੁਤ ਵਧੀਆ ਵਾ, ਥੈਂਕ ਯੂ। Seizures were left in the body of a patient during operation. ਆਪਰੇਸ਼ਨ ਦੇ ਦੌਰਾਨ ਪੇਸ਼ੈਂਟ ਦੀ ਬਾਡੀ ਦੇ ਵਿੱਚ ਕੁਝ ਸੀਜ਼ਰ ਡਾਕਟਰਾਂ ਦੇ ਦੁਆਰਾ ਛੱਡ ਦਿੱਤੇ ਗਏ। ਦੈਨ ਹਿਸ ਕੰਡੀਸ਼ਨ worsened, ਤੇ ਉਹਦੀ ਕੰਡੀਸ਼ਨ ਹੋਰ ਖਰਾਬ ਹੋ ਗਈ ਤੇ ਪੇਸ਼ੈਂਟ ਮਰ ਗਿਆ। ਸੀਜ਼ਰਸ ਦੀ ਰਿਕਵਰੀ ਹੋਈ ਹੀ ਉਹਦੀ ਲਾਸ਼ ਦੇ ਵਿੱਚੋਂ ਜਦੋਂ ਕ੍ਰਿਮੀਨੇਸ਼ਨ ਹੋਈ, ਠੀਕ ਹੈ, ਜਦੋਂ ਬੇਸਿਕਲੀ ਉਹਦਾ ਅੰਤਿਮ ਸੰਸਕਾਰ ਕੀਤਾ ਤੇ ਜਦੋਂ ਫੁੱਲ ਚੁੱਕਣ ਗਏ ਹੋਣੇ ਆ ਤੇ ਫੁੱਲ ਚੁੱਕਣ ਦੇ ਟਾਈਮ ਦੇ ਉੱਤੇ ਸੀਜ਼ਰ ਰਿਕਵਰ ਹੋਈਆਂ ਉਹਦੀ ਬਾਡੀ ਦੇ ਵਿੱਚੋਂ। तो कंपनसेशन 1,20,000 रुपए की अवार्ड की सी टू द डिपेंडेंट्स ऑफ द डिसीज्ड। इट वाज अ जजमेंट इन द ईयर 1996, सॉरी 1996 ਦੀ ਜਜਮੈਂਟ ਆ। ਸੋ ਦਿਸ ਇਜ਼ ਸਮਥਿੰਗ ਅਬਾਊਟ ਦਿਸ ਪੁਆਇੰਟ। ਉਸ ਤੋਂ ਬਾਅਦ ਵਿੱਚ ਹੁਣ ਆਪਾਂ ਗੱਲ ਕਰਦੇ ਹਾਂ, ਇੱਥੇ ਤੱਕ ਕਰਨ ਤੋਂ ਬਾਅਦ ਆਪਣਾ ਇਹ ਕਨਸੈਪਟ ਖਤਮ ਹੋ ਜਾਂਦਾ। ਹਾਂ, 2-3 ਪੇਜ ਛੱਡਣ ਤੋਂ ਬਾਅਦ ਵਿੱਚ ਮੈਕਸਿਮਮ ਕਦੋਂ ਐਪਲੀਕੇਬਲ ਨਹੀਂ ਹੋਊਗਾ। ਤੋ ਇਹ ਜੋ ਮੈਂ ਤੁਹਾਨੂੰ ਜਜਮੈਂਟ ਪੜ੍ਹਾਈ ਆ, ਇਹ ਤੋਂ 1 2 3 4 5 5 ਕੁ ਪੇਜ ਛੱਡਣ ਤੋਂ ਬਾਅਦ ਵਿੱਚ ਮੈਕਸਿਮਮ ਨਾਟ ਐਪਲੀਕੇਬਲ ਇਫ ਡਿਫਰੈਂਟ ਇਨਫਰੈਂਸਸ ਪੋਸੀਬਲ, ਉਹਦੇ ਉੱਤੇ ਆ ਜਾਓ। ਮਿਲ ਗਿਆ ਸਰ। ਸਾਹਿਲ ਤੁਹਾਨੂੰ ਵੀ ਮਿਲ ਗਿਆ? ਸਾਹਿਲ ਕਲਾਸ ਨਹੀਂ ਲਾਉਂਦੇ? ਹਾਂਜੀ ਹਾਂਜੀ ਸਰ ਮਿਲ ਗਿਆ। ਅੱਛਾ। maximum not applicable if different inferences possible। ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਫੈਕਟਸ ਤੋਂ ਇਹ ਨਜ਼ਰ ਆਣ ਡਿਆ ਵਾ ਕਿ ਡਿਫੈਂਡੈਂਟ ਦੀ ਕੋਈ ਗਲਤੀ ਨਹੀਂ ਸੀ ਹੈਗੀ ਤੇ ਉੱਥੇ ਪ੍ਰਿੰਸੀਪਲ ਅਪਲਾਈ ਨਹੀਂ ਹੋਏਗਾ। ਆਈ ਵਾਂਟ ਟੂ ਰਿਪੀਟ, ਅਗਰ ਫੈਕਟ ਨੂੰ ਦੇਖਣ ਤੋਂ ਇਹ ਗੱਲ ਲੱਗਦੀ ਆ ਕਿ ਡਿਫੈਂਡੈਂਟ ਦੀ ਕੋਈ ਗਲਤੀ ਨਹੀਂ ਸੀ ਹੈਗੀ, ਡਿਫੈਂਡੈਂਟ ਕਦੀ ਨੈਗਲੀਜੈਂਟ ਨਹੀਂ ਸੀ ਹੈਗਾ, ਦੈਨ ਡਿਫੈਂਡੈਂਟ ਕਦੀ ਲਾਇਬਲ ਵੀ ਨਹੀਂ ਹੋਏਗਾ। The maximum res ipsa loquitur applies only when inferences from the fact is that the accident could not have been occurred but for the defendant negligence। तो ਇਹਦੇ ਵਿੱਚ ਹੁਣ ਮੈਂ ਤੁਹਾਨੂੰ 2 ਪੈਰੇ ਛੱਡਣ ਤੋਂ ਬਾਅਦ ਵਿੱਚ ਸਿਮਿਲਰ ਵਾਸਤਾ ਡਿਸੀਜਨ ਜਿੱਥੇ ਲਿਖਿਆ ਇਨ ਦੀ ਕੇਸ ਆਫ RSRTC ਵਰਸਸ ਸ਼੍ਰੀਮਤੀ ਸ਼ਾਗਰ ਬਾਈ, ਲੱਭ ਗਈ ਜਜਮੈਂਟ। तो ਇਹਦੇ ਵਿੱਚ ਕੀ ਹੋਇਆ ਸੀ, देयर वाज एन एक्सीडेंट, ਇੱਕ ਐਕਸੀਡੈਂਟ ਹੋਇਆ ਸੀ। तो एक्सीडेंट द एलिगेशन के खिलाफ लाई ही which was alleged to have occurred due to the mechanical failure of the bus। बस की ਮਕੈਨੀਕਲ ਫੇਲੀਅਰ ਦੇ ਕਰਕੇ ਐਕਸੀਡੈਂਟ ਹੋਇਆ ਸੀ। ਬੱਸ ਦੇ ਵਿੱਚ ਕੋਈ ਮਕੈਨੀਕਲ ਡਿਫੈਕਟ ਹੈਗਾ ਹੀ ਤੇ ਬੱਸ ਦੀ ਮਕੈਨੀਕਲ
ਫੇਲੀਅਰ ਦੇ ਕਰਕੇ ਬ੍ਰੇਕਾਂ ਫੇਲ ਹੋ ਗਈਆਂ ਹੋਣੀਆਂ ਜਾਂ ਇਦਾਂ ਦੀ ਕੋਈ ਪ੍ਰੋਬਲਮ ਹੋਈ ਹੋਣੀ ਹੈ, ਉਹਦੇ ਕਰਕੇ ਐਕਸੀਡੈਂਟ ਹੋ ਗਿਆ। ਪਰ ਬੱਸ ਡਰਾਈਵਰ ਦੀ ਕੋਈ ਗਲਤੀ ਨਹੀਂ ਸੀ ਨਜ਼ਰ ਆਉਣ ਡਈ। देयर was no apparent evidence to indicate negligence of the bus driver। तो इस केस ਦੇ ਵਿੱਚ ਹੈਲਡ ਕੀਤਾ ਗਿਆ ਰਾਜਸਥਾਨ ਹਾਈ ਕੋਰਟ ਦੇ ਦੁਆਰਾ। It was held that doctrine of res ipsa loquitur could not be applied under the circumstances of the case। ਇਸ ਇਹਨਾਂ ਸਰਕਮਸਟੈਂਸਿਸ ਦੇ ਵਿੱਚ res ipsa loquitur ਦੇ ਮੈਕਸਿਮ ਨੂੰ ਅਪਲਾਈ ਨਹੀਂ ਕੀਤਾ ਜਾ ਸਕਦਾ। And Rajasthan State Road Transport Corporation could be held liable only after its negligence was proved। ਪਹਿਲਾਂ negligence तो साबित करो, अगर negligence नहीं साबित कर पाते तो फिर राजस्थान स्टेट रोड ट्रांसपोर्ट कॉरपोरेशन की कोई गलती नहीं होएगी। सो दिस वाज द जजमेंट जिथे रेस इप्सिया लिक्विटर का प्रिंसीपल अप्लाई नहीं होएगा। तो आज आप बड़ी कामयाबी के नाल डैमेजेस भी पढ़ लए, प्रूफ ऑन द प्रूफ ऑफ नैगलीजेंस भी पढ़ लिया, रेस इप्सा लिक्विटर के सिद्धांत को भी पढ़ लिया। ਹੁਣ ਆਪਾਂ ਇੱਕ ਇਸ ਚੈਪਟਰ ਦਾ ਲਾਸਟ ਟੌਪਿਕ ਡਿਸਕਸ ਕਰਾਂਗੇ। ਇਸ ਤੋਂ ਬਾਅਦ ਆਪਾਂ ਬੜੀ ਕਾਮਯਾਬੀ ਦੇ ਨਾਲ ਇਹ ਚੈਪਟਰ ਵੀ ਖਤਮ ਕਰ ਲਾਂਗੇ। ਤੁਹਾਡੇ 2-3 ਪੇਜ ਛੱਡਣ ਤੋਂ ਬਾਅਦ ਵਿੱਚ ਇੱਕ ਹੈਡਿੰਗ ਬਣਿਆ ਹੋਊਗਾ ਨਰਵਸ ਸ਼ੌਕ। ਨਰਵਸ ਸ਼ੌਕ ਹੁਣ ਅੱਜ ਤੋਂ ਬਾਅਦ ਸ਼ਾਇਦ ਇਸ ਚੀਜ਼ ਨੂੰ ਪੜ੍ਹਨ ਤੋਂ ਬਾਅਦ ਵਿੱਚ ਤੁਸੀਂ 1 ਅਪ੍ਰੈਲ ਨੂੰ ਲੋਕਾਂ ਨੂੰ ਅਪ੍ਰੈਲ ਫੂਲ ਬਣਾਉਣਾ ਬੰਦ ਕਰ ਦੋਗੇ। ਕਿਉਂ? ਅਪ੍ਰੈਲ ਫੂਲ ਦੇ ਵਿੱਚ ਕੀ ਹੁੰਦਾ ਹੈ? ਅਪ੍ਰੈਲ ਫੂਲ ਦੇ ਵਿੱਚ ਆਪਾਂ ਕਿਸੇ ਵਿਅਕਤੀ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਉਹਨੂੰ ਝੂਠ ਬੋਲਦੇ ਹਾਂ। ਇਹ ਨਾ ਹੋਵੇ ਕਿ ਤੁਹਾਡੇ ਝੂਠ ਬੋਲਣ ਦੇ ਨਾਲ ਉਸ ਵਿਅਕਤੀ ਨੂੰ ਨਰਵਸ ਸ਼ੌਕ ਆ ਜਾਵੇ, ਉਹਦਾ ਹਾਰਟ ਫੇਲੀਅਰ ਹੋ ਜਾਵੇ ਜਾਂ ਸ਼ਾਇਦ ਬੰਦਾ ਮਰ ਜਾਵੇ। ਤੁਹਾਡੇ ਛੋਟੇ ਜਿਹੇ ਕੀਤੇ ਗਏ ਮਜ਼ਾਕ ਦੇ ਨਾਲ, ਤੁਹਾਡੇ ਛੋਟੇ ਜਿਹੇ ਕੀਤੇ ਗਏ ਮਜ਼ਾਕ ਦੇ ਨਾਲ ਦੂਸਰੇ ਵਿਅਕਤੀ ਨੂੰ ਨੁਕਸਾਨ ਅਗਰ ਹੋ ਜਾਂਦਾ ਹੈ, ਦੈਟ ਇਜ਼ ਅ ਕਨਸੈਪਟ ਆਫ ਨਰਵਸ ਸ਼ੌਕ। ਕੀ ਤੁਹਾਡੀ ਲਾਇਬਿਲਿਟੀ ਉਸ ਟਾਈਮ ਦੇ ਉੱਤੇ ਹੋਏਗੀ? ਯੈਸ, ਯੂ ਵਿਲ ਬੀ ਲਾਇਬਲ, ਕਿਉਂਕਿ ਐਜ਼ ਅ ਰਿਸਪੈਕਟੇਬਲ ਸਿਟੀਜ਼ਨ ਆਫ ਇੰਡੀਆ ਤੁਸੀਂ ਕਿਸੇ ਨੂੰ ਦੇ ਨਾਲ ਇਦਾਂ ਦਾ ਮਜ਼ਾਕ ਨਹੀਂ ਕਰ ਸਕਦੇ ਜਿਹਦੇ ਨਾਲ ਉਹਨੂੰ ਯਕਦਮ ਧੱਕਾ ਲੱਗੇ। ਹਾਂ, ਸੱਚ ਗੱਲ ਜੇ ਤੁਸੀਂ ਦੱਸ ਦਿੰਦੇ ਹੋ ਕਿ ਭਾਈ ਤੈਨੂੰ ਕੈਂਸਰ ਹੈਗਾ ਤੇ ਸੱਚਮੁੱਚ ਉਸ ਵਿਅਕਤੀ ਨੂੰ ਕੈਂਸਰ ਆ, ਡੈਟ ਇਜ਼ ਓਕੇ। ਬਟ ਅਗਰ ਕਿਸੇ ਵਿਅਕਤੀ ਨੂੰ ਕੋਈ ਕੈਂਸਰ ਦੀ ਬਿਮਾਰੀ ਨਹੀਂ, ਤੁਸੀਂ ਕਹਿੰਦੇ ਕਿ ਭਾਈ ਤੈਨੂੰ ਕੈਂਸਰ ਆ, ਤੇਰੇ ਕੋਲ ਸਿਰਫ 15 ਦਿਨ ਦਾ ਟਾਈਮ ਆ, ਤੂੰ ਮਰ ਜਾਣਾ ਹੈ, ਉਹਨੂੰ ਕੁਝ ਵੀ ਨਹੀਂ ਸੀ ਹੈਗਾ, ਉਹ ਵਿਚਾਰਾ ਹਾਰਟ ਫੇਲੀਅਰ ਦੇ ਨਾਲ ਮਰ ਗਿਆ। ਵੈਦਰ ਯੂ ਵਿਲ ਬੀ ਲਾਇਬਲ ਫॉर ਡੈਟ অর ਨੋਟ? ਆਨਸਰ ਹੈਗਾ ਯੈਸ, ਯੂ ਵਿਲ ਬੀ ਲਾਇਬਲ ਫॉर ਡੈਟ। ਤੇ ਉਹਦੇ ਲੀਗਲ ਰਿਪਰੈਜ਼ੈਂਟੇਟਿਵ ਤੁਹਾਡੇ ਕੋਲ ਕੰਪਨਸੇਸ਼ਨ ਲੈ ਸਕਦੇ ਆ ਬਿਕੋਜ਼ ਯੂ ਆਰ ਅਪ੍ਰੈਲ ਫੂਲ। ਨਰਵਸ ਸ਼ੌਕ ਕੀ ਕਰਦਾ ਹੈ? ਇਹ ਜੋ ਦਿਸ ਬ੍ਰਾਂਚ ਆਫ ਲਾਅ ਇਜ਼ ਕੰਪੈਰੀਟਿਵਲੀ ਆਫ ਅ ਰੀਸੈਂਟ ਓਰੀਜਨ। ਇੱਕ ਨਵਾਂ ਕਨਸੈਪਟ ਆਇਆ ਵਾ ਲੋਕਾਂ ਨੂੰ ਮਜ਼ਾਕ ਕਰਨ ਤੋਂ ਰੋਕਣ ਦੇ ਲਈ। ਤੋ ਇਸ ਸਿਧਾਂਤ ਦੇ ਵਿੱਚ ਕੀ ਦੱਸਿਆ? ਇਟ ਪ੍ਰੋਵਾਈਡਸ ਰਿਲੀਫ, ਇਹ ਲੋਕਾਂ ਨੂੰ ਰਿਲੀਫ ਦਿੰਦਾ ਹੈ ਵੈਨ ਏ ਪਰਸਨ ਮੇ ਗੈਟ ਫਿਜ਼ੀਕਲ ਇੰਜਰੀ ਨਾਟ ਬਾਈ ਐਨ ਇੰਪੈਕਟ। ਮਤਲਬ ਕਿ ਤੁਸੀਂ ਉਹਦੇ ਸੱਟ ਨਹੀਂ ਮਾਰੀ, ਕੋਈ ਸੋਟੀ ਨਹੀਂ ਮਾਰੀ, ਤੁਸੀਂ ਉਹਦੇ ਹਥਿਆਰ ਨਹੀਂ ਮਾਰਿਆ, ਕੋਈ ਗੰਡਾਸਾ ਨਹੀਂ ਮਾਰਿਆ, ਬਟ ਇੱਕ ਨਰਵਸ ਸ਼ੌਕ ਦਿੱਤਾ through what he has seen or heard। ਮਤਲਬ ਤੁਸੀਂ ਕੁਝ ਉਹਨੂੰ ਝੂਠ ਬੋਲਿਆ ਜਾਂ ਕੁਝ ਇਦਾਂ ਦੀ ਚੀਜ਼ ਦਿਖਾਤੀ ਜਿੰਨਾ ਬੰਦਾ ਡਰ ਗਿਆ, ਜਾਣ ਕੇ ਤੁਸੀਂ ਕਹਿ ਦਿੱਤਾ ਕਿ ਤੇਰਾ ਬਾਪ ਮਰ ਗਿਆ ਜਾਂ ਤੇਰੀ ਕੁੜੀ ਮਰ ਗਈ ਆ, ਉਹਨੂੰ ਵਿਚਾਰੇ ਨੂੰ ਦੁੱਖ ਇੰਨਾ ਹੋਇਆ, ਨਰਵਸ ਸ਼ੌਕ ਆ ਗਿਆ, ਯੂ ਵਿਲ ਬੀ ਲਾਇਬਲ। ਤੁਹਾਡੀ ਉਸ ਟਾਈਮ ਦੇ ਉੱਤੇ ਲਾਇਬਿਲਿਟੀ ਰਾਈਜ਼ ਹੋਊਗੀ। ਠੀਕ ਹੈ ਜੀ। ਇੱਥੇ ਤੱਕ ਕਰਨ ਤੋਂ ਬਾਅਦ ਵਿੱਚ ਸਿੱਧਾ ਆਪਾਂ 1897 ਦੀ ਇੱਕ ਜਜਮੈਂਟ ਦੇ ਉੱਤੇ ਆਨੇ ਆ ਤੇ ਇਸ ਕਨਸੈਪਟ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹਾਂ। In 1897, in Williamson versus Downtown, the defendant was held liable। Defendant liable ਘੋਸ਼ਿਤ ਕੀਤਾ ਗਿਆ ਸੀ from the court when the plaintiff suffered nervous shock। ਜਦੋਂ plaintiff ਨੂੰ ਇੱਕ nervous shock suffer ਹੋਇਆ and got seriously ill, ਤੇ ਉਹ ਬਹੁਤ serious ਬਿਮਾਰ ਹੋ ਗਿਆ on being told falsely, ਕਿਉਂਕਿ ਉਹਨੂੰ ਝੂਠ ਬੋਲਿਆ ਗਿਆ ਸੀ by way of practical joke, ਇੱਕ practical joke ਦੇ ਨਾਲ ਉਹਨੂੰ ਝੂਠ ਬੋਲਿਆ ਗਿਆ ਸੀ by the defendant that her husband had broken both the legs in an accident, ਕਿ ਤੁਹਾਡੇ ਪਤੀ ਦੀਆਂ ਦੋਨੇ ਲੱਤਾਂ ਕੱਟੀਆਂ ਗਈਆਂ ਨੇ ਐਕਸੀਡੈਂਟ ਦੇ ਕਰਕੇ। ਉਹਨੂੰ ਨਰਵਸ ਸ਼ੌਕ ਆ ਗਿਆ, ਉਹਨੂੰ ਕਾਫੀ ਫਿਜ਼ੀਕਲ ਡਿਸਕੰਫਰਟ ਹੋਈ।
तो उस टाइम ਦੇ ਉੱਤੇ ਡਿਫੈਂਡੈਂਟ ਦੀ ਇਸ ਝੂਠੀ ਸਟੇਟਮੈਂਟ ਦੇ ਕਰਕੇ ਡਿਫੈਂਡੈਂਟ ਨੂੰ ਲਾਇਬਲ ਕੀਤਾ ਗਿਆ। ਇੱਕ ਹੋਰ ਕੇਸ ਹੈਗਾ ਡਿਲੀਓ ਵਰਸਸ ਵਾਈਟ ਐਂਡ ਸੰਸ ਦਾ ਕੇਸ ਹੈਗਾ ਹੀ। ਇਹਦੇ ਵਿੱਚ ਵੀ ਕੀ ਹੋਇਆ ਸੀ, ਐਨ ਐਕਸ਼ਨ ਫॉर ਨਰਵਸ ਸ਼ੌਕ ਰਿਜ਼ਲਟਿੰਗ ਇਨ ਫਿਜ਼ੀਕਲ ਇੰਜਰੀਜ਼ ਵਾਸ ਰਿਕਗਨਾਈਜ਼ਡ। ਇਹਦੇ ਵਿੱਚ ਵੀ ਨਰਵਸ ਸ਼ੌਕ ਦੇ ਸਿਧਾਂਤ ਨੂੰ ਰਿਕਗਨਾਈਜ਼ ਕੀਤਾ ਗਿਆ ਸੀ ਕੋਰਟ ਦੇ ਵੱਲੋਂ। ਉਹਦੇ ਵਿੱਚ ਕੀ ਹੈਗਾ ਹੀ, ਉਹਦੇ ਵਿੱਚ ਡਿਫੈਂਡੈਂਟ ਦਾ ਇੱਕ ਸਰਵੈਂਟ ਸੀ, ਉਹਨੇ ਨੈਗਲੀਜੈਂਟਲੀ ਡਰਾਈਵ ਕੀਤਾ ਹਾਰਸ ਵੈਨ ਇਨਟੂ ਅ ਪਬਲਿਕ ਹਾਊਸ। ਇੱਕ ਪਬਲਿਕ ਹਾਊਸ ਦੇ ਵਿੱਚ ਉਹਨੇ ਆਪਣੇ ਜੋ ਘੋੜੇ ਦੀ ਬੱਗੀ ਆ ਉੱਥੇ ਛੱਡ ਦਿੱਤੀ। ਪਲੈਂਟਿਫ ਜੋ ਕਿ ਇੱਕ ਪ੍ਰੈਗਨੈਂਟ ਫੀਮੇਲ ਹੈਗੀ ਸੀ, who was standing there behind the bar, ਉੱਥੇ ਪਿੱਛੇ ਖੜੀ ਸੀ। although not physically injured, ਉਸ ਘੋੜੇ ਦੀ ਬੱਗੀ ਦੇ ਕਰਕੇ ਉਹਨੂੰ ਕੋਈ ਫਿਜ਼ੀਕਲ ਇੰਜਰੀ ਨਹੀਂ ਪਰ ਹੋਈ, ਪਰ ਉਹਨੂੰ ਯਕਦਮ ਇੱਕ ਨਰਵਸ ਸ਼ੌਕ ਹੋਇਆ ਜਿਹਦੇ ਕਰਕੇ ਉਹ ਬਹੁਤ ਗੰਭੀਰ ਬਿਮਾਰ ਹੋ ਗਈ ਤੇ ਉਹਨੇ ਪ੍ਰੀਮੈਚੁਰ ਬਰਥ ਦੇ ਦਿੱਤਾ, ਬੱਚੇ ਨੂੰ 9 ਮਹੀਨੇ ਤੋਂ ਪਹਿਲਾਂ ਹੀ ਪੈਦਾ ਕਰ ਦਿੱਤਾ। ਤੋ ਇਹਦਾ ਮਤਲਬ ਜੇ ਬੱਚੇ ਨੂੰ ਆਪਾਂ ਪ੍ਰੀਮੈਚੁਰ ਡਿਲੀਵਰੀ ਕਰਦੇ ਹਾਂ, ਬੱਚੇ ਦੀ ਹਾਲਤ ਵੀ ਖਰਾਬ ਹੋ ਜਾਂਦੀ ਹੈ, ਮਾਂ ਦੀ ਹਾਲਤ ਵੀ ਖਰਾਬ ਹੋ ਜਾਂਦੀ ਹੈ। ਤੋ ਇਹਦੇ ਵਿੱਚ ਡਿਫੈਂਡੈਂਟ ਦੀ ਲਾਇਬਿਲਿਟੀ ਤੈਅ ਕੀਤੀ ਗਈ, ਦਾ ਡਿਫੈਂਡੈਂਟਸ ਵਰ ਹੈਲਡ ਲਾਇਬਲ। ਇੱਥੇ ਤੱਕ ਕਰ ਲਓ ਜੀ। ਤੋ ਇਸ ਤਰੀਕੇ ਦੇ ਨਾਲ ਅਸੀਂ ਇਹ ਚੈਪਟਰ ਨੂੰ ਕੰਪਲੀਟ ਕੀਤਾ, ਨੈਗਲੀਜੈਂਸ ਵਾਲੇ ਚੈਪਟਰ ਨੂੰ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਬੜੇ ਸ਼ਾਂਤੀ ਦੇ ਨਾਲ ਇਸ ਚੈਪਟਰ ਨੂੰ ਸਮਝਦੇ ਪਏ ਹੋ। ਇਸ ਤਰੀਕੇ ਨਾਲ ਆਪਣਾ ਪਹਿਲਾ ਯੂਨਿਟ ਦਾ ਜੋ ਲੀਗਲ ਕਨਸੈਪਟ ਹੈਗਾ ਉਹ ਖਤਮ ਹੋ ਗਿਆ ਹੈ। ਤੇ 2 ਜਜਮੈਂਟਸ ਹੈਗੀਆਂ ਨੇ ਇਹਦੀਆਂ, ਉਹ ਤਾਂ ਜਦੋਂ ਮੈਂ ਤੁਹਾਨੂੰ ਜਦੋਂ ਸਾਰਾ ਰਿਵਾਈਜ਼ ਕਰਵਾਉਂਗਾ ਉਦੋਂ ਮੈਂ ਤੁਹਾਨੂੰ ਕਰਵਾਉਂਗਾ ਜਜਮੈਂਟਸ। ਤੋ ਅਗਰ ਅੱਜ ਦੇ ਲੈਕਚਰ ਦੇ ਵਿੱਚ ਕਿਸੇ ਨੂੰ ਕੁਝ ਮੇਰੇ ਕੋਲ ਪੁੱਛਣਾ ਹੋਵੇ, ਕੋਈ ਚੀਜ਼ ਸਾਹਿਲ ਜਾਂ ਗੁਰਮਿੰਦਰ ਨੂੰ ਸਮਝ ਨਾ ਲੱਗੀ ਹੋਵੇ, ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ।